ਅੱਜ ਉਸ ਆਪਣਾ ਗੁਰੂ ਨਾਨਕ ਦੀਆਂ ਗੱਲਾਂ ਤੁਹਾਨੂੰ ਬੜੀਆਂ ਕੀਮਤੀ ਅਸੀਂ ਇਹਨਾਂ ਦੇ ਕੋਲੋਂ ਹੀ ਸੁਣਾਵਾਂਗੇ, ਜਿਨ੍ਹਾਂ ਦੇ ਖਾਨਦਾਨ ਦੇ ਵਿੱਚ ਇਹ ਤਿੰਨ ਚੀਜ਼ਾਂ ਆਈਆਂ, ਜਿਹਨੂੰ ਇੱਕ ਕਹਿੰਦੇ ਨੇ ਪੰਜਾਬੀ ਦੇ ਵਿੱਚ ਲੋਟਾ, ਉਸ ਤੋਂ ਬਾਅਦ ਇੱਕ ਤਲਵਾਰ, ਉਸ ਤੋਂ ਬਾਅਦ ਇੱਕ ਸੋਨੇ ਦੀ ਚਿੜੀਆਂ। ਤਿੰਨ ਚੀਜ਼ਾਂ ਇਹਨਾਂ ਨੂੰ ਕਿਵੇਂ ਮਿਲੀਆਂ ਔਰ ਕਿਵੇਂ ਇਹਨਾਂ ਦੀ ਵਿਰਾਸਤ ਦੇ ਵਿੱਚ ਆਈਆਂ। ਨਾਜ਼ਰੀਨ, ਇਹਨਾਂ ਦੇ ਨਾਲ ਬੈਠ ਕੇ ਅਸੀਂ ਸਾਰੀ ਜਿਹੜੀ ਹੈ ਦਿਸਕਿਸਤ ਜਿਹੜੀ ਹੈ ਤੁਹਾਨੂੰ ਕਰਕੇ ਅਸੀਂ ਇਹਨਾਂ ਦੇ ਜ਼ਬਾਨੀ ਹੀ ਕੁਝ ਦੇਰ ਬਾਅਦ ਸੁਣਾਵਾਂਗੇ। ਉਮੀਦ ਹੈ ਕਿ ਤੁਹਾਨੂੰ ਬੜੀ ਅੱਛੀ ਲੱਗੇਗੀ। ਲਓ ਨਾਜ਼ਰੀਨ, ਮੈਂ ਥੋੜੀ ਦੇਰ ਪਹਿਲੇ ਇੱਕ ਗੱਲ ਕੀਤੀ ਸੀ ਕਿ ਤੁਹਾਨੂੰ ਅੱਜ ਅਸੀਂ ਉਹ ਕੀਮਤੀ ਚੀਜ਼ਾਂ ਦੱਸਾਂਗੇ ਜਿਹੜੀਆਂ ਅੱਜ ਤਾਈਂ ਕਿਸੇ ਵਲੌਗਰ ਨੇ ਜਾਂ ਕਿਸੇ ਐਂਕਰ ਨੇ ਜਾਂ ਕਿਸੇ ਵੀ ਆਦਮੀ ਨੇ ਇਹ ਦੱਸਣ ਦੀ ਜ਼ਹਿਮਤ ਹੀ ਨਹੀਂ ਸਮਝੀ। ਬਾਬਾ ਗੁਰੂ ਨਾਨਕ ਜਿਹੜੇ ਇਹਨਾਂ ਸਿੱਖਾਂ ਦੇ ਬਹੁਤ ਬੜੇ ਸਮਝੇ ਜਾਂਦੇ ਨੇ, ਕਿ ਆਪਣਾ ਉਹ ਪੀਰ ਵੀ ਸਮਝਦੇ ਨੇ, ਆਪਣਾ ਗੁਰੂ ਵੀ ਸਮਝਦੇ ਨੇ, ਉਹ ਨਨਕਾਣਾ ਦੇ ਵਿੱਚ ਮਹੀਤ ਹੈਗੇ ਨੇ। ਉਦੋਂ ਦਾ ਜਿਹੜਾ ਜ਼ਿਮੀਦਾਰ ਸੀ, ਮੈਂ ਕਈ ਵਿਲਾਗਾਂ 'ਚ ਤੁਹਾਨੂੰ ਦੱਸ ਚੁੱਕਿਆ ਕਿ ਬਹੁਤ ਸਾਰੀ ਜਿਹੜੀ ਧਰਤੀ ਹੈ, ਜ਼ਮੀਨ ਜਿਹਨੂੰ ਆਪਾਂ ਕਹਿੰਦੇ ਆ, ਉਹਨਾਂ ਨੇ ਬਜ਼ੁਰਗ ਹੋਣ ਦੇ ਨਾਤੇ ਉਹਨਾਂ ਨੂੰ ਇਹ ਅਨਾਇਤ ਕਰ ਦਿੱਤੀ ਗਈ ਹੈ। ਅੱਜ ਵੀ ਨਨਕਾਣੇ 'ਚ ਚਲੇ ਜੋ ਘਰ ਜਿਹੜਾ ਹੈ ਉਹ ਔਕਾਫ ਦੇ ਉੱਤੇ ਆ। ਜ਼ਿਆਦਾ ਜਿਹੜੀਆਂ ਉੱਥੇ ਬਾਜ਼ਾਰ ਔਰ ਕਲੋਨੀਆਂ ਨੇ। ਨਨਕਾਣਾ ਮੇਰਾ ਦਾਦਕਾ ਸ਼ਹਿਰ ਆ, ਮੈਨੂੰ ਹਰ ਚੀਜ਼ ਦਾ ਪਤਾ, ਤੇ ਉੱਥੇ ਅੱਜ ਵੀ ਕਾਫ ਦਾ ਹੀ ਹੈਗਾ। ਅੱਜ ਫਿਰ ਅਸੀਂ ਬਾਬਾ ਗੁਰੂ ਨਾਨਕ ਦੀ ਥੋੜੀ ਦੇਰ ਪਹਿਲੇ ਗੱਲ ਕੀਤੀ ਕਿ ਅੱਜ ਕੰਬਾਲੀਆ ਦੇ ਵਿੱਚ ਉਸ ਰਾਏ ਸਾਹਿਬਾਨ ਦੇ ਘਰ ਦੇ ਵਿੱਚ ਆ ਗਏ, ਜਿਨ੍ਹਾਂ ਨੇ ਸਿਆਸਤ ਪੋਲੀਟਿਕਸ, ਇਹਨਾਂ ਦੇ ਦਾਦਾ ਨੇ ਬੜੀ ਮਿਹਨਤ, ਬੜੀ ਜਦੋਜਹਿਦ, ਈਵਨ ਕਿ ਇੰਡੀਆ ਦੇ ਵਿੱਚ ਤਲਵੰਡੀ ਇਹਨਾਂ ਦਾ ਉੱਥੇ ਗਈ, ਤਲਵੰਡ ਯਾਨੀ ਕਿ ਤਲਵੰਡੀ ਉੱਥੇ ਗਾਉਂ ਵੀ ਹੈ ਤੇ ਤਲਵੰਡ ਦੇ ਇਹ ਰਹਿਣ ਵਾਲੇ ਨੇ। ਇਹਨਾਂ ਨੇ ਉੱਥੇ ਸਿੱਖਾਂ ਦੇ ਨਾਲ ਰਲ ਕੇ ਜਿਹੜੀਆਂ ਜੰਗਾਂ ਲੜੀਆਂ, ਤੇ ਇਹਨਾਂ ਦੇ ਬਜ਼ੁਰਗਾਂ ਨੂੰ ਦੋ ਤਿੰਨ ਚੀਜ਼ਾਂ, ਜਦੋਂ ਬੰਦਾ ਖੁਸ਼ ਹੁੰਦਾ ਤੇ ਉਦੋਂ ਫਿਰ ਸਿੱਖਾਂ ਨੇ ਕਿਹੜੀਆਂ ਚੀਜ਼ਾਂ ਦਿੱਤੀਆਂ ਸਨ। ਮੈਂ ਪੰਜਾਬੀ ਦੇ ਵਿੱਚ ਹੀ ਅੱਗੇ ਕਿਹਾ ਗਿਆ ਕਿ ਇੱਕ ਜਿਹਨੂੰ ਆਪਾਂ ਕਹਿੰਦੇ ਆ ਲੋਟਾ, ਉਹ ਲੋਟਾ ਵੀ ਬਾਬੇ ਗੁਰੂ ਨਾਨਕ ਦਾ ਇਸ ਰਾਏ ਸਾਹਿਬਾਨ ਦੇ ਖਾਤੇ ਦੇ ਵਿੱਚ ਹੀ ਆਇਆ। ਉਸ ਤੋਂ ਬਾਅਦ ਇੱਕ ਤਲਵਾਰ, ਉਦੋਂ ਦੇ ਜਿਹੜੇ ਸਿੱਖ ਸਨ ਗੁਰੂ, ਉਦੋਂ ਉਹਨਾਂ ਦਾ ਅੱਜ ਇਹਨਾਂ ਕੋਲ ਨਾਮ ਹੀ ਪੁੱਛਾਂਗੇ ਤੇ ਉਹਨਾਂ ਬਜ਼ੁਰਗਾਂ ਦਾ ਹਿਸਟਰੀ ਵੀ ਸਾਰੀ ਤੁਹਾਡੇ ਕੋਲ ਪੁੱਛਾਂਗੇ। ਉਸ ਤੋਂ ਬਾਅਦ ਉਹ ਤਲਵਾਰ ਕਿਵੇਂ ਆਈ, ਉਸ ਤੋਂ ਬਾਅਦ ਇੱਕ ਚਿੜੀ, ਤਿੰਨ ਚੀਜ਼ਾਂ ਉਹ ਖੁਸ਼ ਹੋ ਕੇ ਇਹਨਾਂ ਦੇ ਬਾਬਾ ਜਦਾਦ ਨੂੰ ਦੇ ਕੇ ਚਲਾ ਗਿਆ ਸੀ। ਤੇ ਹੁਣ ਇਹਨਾਂ ਨੂੰ ਸਟਾਰਟ ਕਰਦੇ ਆ, ਇਹਨਾਂ ਕੋਲ ਪੁੱਛਨੇ ਆ ਕਿ ਉਹ ਚੀਜ਼ਾਂ ਤੁਹਾਡੇ ਕੋਲ ਕਿਸ ਤਰ੍ਹਾਂ ਖਾਨਦਾਨ ਕੋ ਆਈਆਂ। ਅੱਜ ਵੀ ਜਿਹੜਾ ਲੋਟਾ ਹੈ ਇਸ ਟਾਈਮ ਕੈਨੇਡਾ ਦੇ ਵਿੱਚ ਜਾਂ ਕਿਸੇ ਉਧਰ ਯੂਰਪ ਇਲਾਕੇ ਦੇ ਵਿੱਚ, ਤਾਂ ਕਿ ਇੱਥੇ ਜਿਹੜਾ ਹੈ ਮੁਸਲਮਾਨ ਨੂੰ ਵੱਢਣ ਤੇ ਆਇਆ ਹੋਇਆ, ਚੋਰੀ ਚਕਾਰੀ ਡਕੈਤੀ ਹਰ ਚੀਜ਼ ਰਾਜਧਾਨੀ ਕਰਨ ਦੇ ਉੱਤੇ ਮਜਬੂਰ ਹੋ ਗਿਆ। ਹਕੂਮਤਾਂ ਦੇ ਇਹੋ ਜਿਹੇ ਜਿਹੜੇ ਨੇ ਜਾਨੀ ਕਿ ਬਣਾਏ ਹੋਏ ਨੇ ਮੈਕੈਨਿਜ਼ਮ, ਗਰੀਬ ਦੇ ਬਾਰੇ ਪਾਲਿਸੀ ਕੋਈ ਨਹੀਂ ਬਣ ਰਹੀ, ਆਪੋ ਆਪ ਪਈ ਹੋਈ ਹੈ। ਸਿਆਣੇ ਕਹਿੰਦੇ ਨੇ ਕਿ ਜਿਹੜਾ ਮਰ ਗਿਆ ਸੋ ਮਰ ਗਿਆ, ਕਿਸੇ ਨੂੰ ਕੋਈ ਪੁੱਛਦਾ ਨਹੀਂ ਪਿਆ। ਲਓ ਜੀ, ਹੁਣ ਆਪਣਾ ਵਕਤ ਜ਼ਾਇਆ ਕਰਨ ਤੋਂ ਪਹਿਲੇ ਭਾਈ ਹੋਰਾਂ ਨੂੰ ਆਪਾਂ ਤਕਲੀਫ ਦਿੰਦੇ ਆ। ਰਾਏ ਯਾਨੀ ਕਿ ਬਰਾਦਰੀ ਦੇ ਉਹਨਾਂ ਦੇ ਪੋਤੇ, ਜਿੱਥੇ ਉਹਨਾਂ ਦੀ ਹਵੇਲੀ ਦੇ ਵਿੱਚ ਅੱਜ ਅਸੀਂ ਬਾਹਰ ਆ ਕੇ ਬੈਠੇ ਆ, ਇਹਨਾਂ ਨੂੰ ਤਾਰੀਖ ਦੇ ਨਾਲ ਬੜਾ ਹੀ ਲਗਾਓ ਹੈਗਾ ਨੇ। ਉਸ ਤੋਂ ਬਾਅਦ ਇਹ ਸਟੋਰੀਅਨ ਵੀ ਹੈਗੇ ਨੇ, ਆਪਣੀਆਂ ਸਟੋਰੀਆਂ ਵੀ ਕਰਦੇ ਨੇ, ਉਰਦੂ ਦੇ ਵਿੱਚ ਕਰਦੇ ਨੇ, ਲੇਕਿਨ ਮੇਰੇ ਨਾਲ ਜਿਹੜਾ ਪੰਜਾਬੀ ਮਾੜੀ ਚੰਗੀ ਬੋਲ ਕੇ ਤੇ ਤੁਹਾਨੂੰ ਅੱਜ ਵਿਰਸੇ ਦੀ ਵੀ ਇਹਨਾਂ ਨੇ ਸੈਰ ਕਰਾਈ, ਆਪਣੀ ਹਵੇਲੀ ਦੇ ਬਾਰੇ ਵੀ ਦੱਸਿਆ। ਤੇ ਹੁਣ ਅਸੀਂ ਆਖਰੀ ਗੱਲ ਜਿਹੜੀ ਏ ਤੁਹਾਨੂੰ ਅਸੀਂ ਰੱਖਿਆ ਸੀ ਤੇ ਜੱਸਸ ਦੇ ਵਿੱਚ ਅੱਜ ਅਸੀਂ ਉਹ ਵੀ ਨਮਾਇਆ ਕਰਨ ਚੱਲੇ ਆ। ਅੱਜ ਤਾਈਂ ਤੁਹਾਨੂੰ ਇਹ ਗੱਲ ਕਿਸੇ ਨੇ ਨਹੀਂ ਦੱਸੀ ਹੋਣੀ ਕਿ ਲੋਟਾ ਕਿਵੇਂ ਆਇਆ, ਇਹ ਚੀਜ਼ਾਂ ਇਹਨਾਂ ਦੇ ਖਾਨਦਾਨ ਕੋ ਕਿਵੇਂ ਆਈਆਂ। ਲਓ ਭਾਈਜਾਨ, ਇਹ ਨਾਜ਼ਰੀਨ ਨੂੰ ਹੁਣ ਤੁਸੀਂ ਜਿਹੜਾ ਸਾਰਾ ਕੁਝ ਹੀ ਦੱਸਣਾ, ਤੁਹਾਡੇ ਖਾਨਦਾਨ ਕੋ ਕਿਵੇਂ ਤੁਸੀਂ ਉੱਥੇ ਜਿਹੜਾ ਸੋਭਤਾਂ ਦੇ ਨਾਲ ਵੀ ਯਾਨੀ ਕਿ ਉੱਥੇ ਜ਼ਿੰਦਗੀ ਗੁਜ਼ਾਰੀ, ਸਿੱਖਾਂ ਦੇ ਨਾਲ ਵੀ ਤੁਸੀਂ ਯਾਨੀ ਕਿ ਨਾਲ ਰਲ ਕੇ ਅੰਗਰੇਜ਼ ਫਰੰਗੀ ਦੇ ਨਾਲ ਲੜੇ, ਉੱਥੋਂ ਕਰਦੇ ਕਰਦੇ ਇੱਥੇ ਪਾਕਿਸਤਾਨ ਆਏ। ਉਸ ਤੋਂ ਬਾਅਦ ਤੁਹਾਡੇ ਹਿੱਸੇ ਦੇ ਵਿੱਚ ਤੁਹਾਡੇ ਖਾਨਦਾਨ ਨੂੰ ਖੁਸ਼ ਹੋ ਕੇ ਉਹਨਾਂ ਦੇ गुरु ने किस तरह ये चीज़ां दित्तियां सन? जैसा कि आपको भी पता है कि जो है वो सिख मजहब के बानी और उनके पहले गुरु वो गुरु नानक साहब है। तो ये सिलसिला आगे वो जाता है जी। ये जो है वो 10 गुरु हैं सिखों के।
तो गुरु नानक पहले गुरु हैं, और गुरु गोबिंद सिंह जो है उनका नाम है, वो जो है वो सिख मजहब के वो 10वें गुरु हैं, वो 10वें और आखिरी गुरु। तो ये जिसको लोग ये जो है ये जुबान ज़द आम है उसका नाम ही लोटा, जी। वो बेसिकली एक सुराही है। ठीक है। वो इतनी बड़ी जी, मतलब ये है उसका साइज ठीक है। सुराही का, मतलब इससे भी कोई 4 इंच ऊपर ही आप कह लें। जी। तो उसमें ये जो है वो 182 सुराख। अच्छा। जी। और उतराही में। जी बिल्कुल, और उसके बीच में आप तेल, पानी, दूध डाल लें तो उसके सुराखों से बाहर नहीं आता। अच्छा। और उसमें आप ये मट्टी, रेत, मतलब ये कोई भी चीज डालें वो उसके सुराखों से बाहर आ जाती है, मतलब लिक्विड बाहर नहीं आता। ठीक। तो ये इसके ऊपर ये जो है वो साइंसदानों ने ये बड़ी वो तहकीक भी की, वो क्योंकि अभी दौर जदीद है जी। जी। तो वो एट द एंड जो है वो रिजल्ट यही हुआ कि ये एक अल्लाह पाक का जो है मौजज़ा है, वो करिश्मा है, और ये अल्लाह पाक का राज है जी। कि वो जिसको ना ही छिड़ा जाए। जी। तो ये जो है वो ये गुरु गोबिंद सिंह जो हैं, वो उन्होंने राय अनायत अली खान कल्ला सोइम जी, ये रायकोट के ये हैं जी, ये जो है वो चीफ ऑफ द फैमिली ऑफ रायकोट। जी। राय खानदान जो रायकोट में ही मौजूद था, उनके चीफ ऑफ द फैमिली ऑफ रायकोट हैं, मतलब चीफ हैं ये रायकोट के। तो वो जैसे वो जलंधर में हम बैठे हैं, और ये तलवंडी में ये जो है ये अपना ये लुधियाना, तो उसमें ये राय हसन नवाज साहब चिचावतनी के बैठे हैं। यहाँ पे कमालिया में ये चौधरी अब्दुर्रहमान ये जो है वो चौधरी अब्दुर्रहमान नहीं, ये चौधरी आफ्ताब साहब बैठे हैं। बड़े कद्दावर जी शख्सियत जी है। बिल्कुल। तो इस तरह ये रायकोट का ही बड़ा घर था। तो बेसिकली वो उस घर का हम लोग ही ननिहाल हैं। सही। तो वो राय राय अनायत अली खान कल्ला सोइम, कल्ला था ये लकब जी। जी। रायकोट में जो राय खानदान में कल्ला अव्वल भी हुए हैं, कल्ला दोइम भी, और कल्ला सोइम भी। अच्छा। तो ये वो राय अजीजुल्लाह के दादा हैं। राय अजीजुल्लाह मेरे वालिद साहब के फूफो के बेटे हैं। तो राय अजीजुल्लाह साहब के दादा जान के पास वो गुरु गोबिंद सिंह की आमद थी, या वो पनाह ली, हम खैर उस तरफ वो नहीं जाएंगे जरा। तो ये है कि ये ये वाला जो ये घराना है ना, आप ये वो कह सकते हैं कि दे आर द जो है वो कस्टोडियन ऑफ गंगा सागर। ठीक है जी, उसके ये गार्डियन भी हैं, और ये उसके वो कस्टोडियन भी हैं। तो वो इसका असल नाम है वो गंगा सागर। तो गंगा सागर। गुरु साहब वहां से जाते हुए ये 3 चीजें, मतलब ये इमानतन दे के गए थे। और इनके एसओपीज ये हैं कि ना तो ये खानदान ये मतलब ये किसी को आगे वो दे सकता है, अलॉट वो कर सकता है, ना तो सिख मजहब। एग्रीमेंट हुआ हुआ। सर ये इस तरह की चीजों के ना एक वो स्पिरिचुअल एग्रीमेंट कह सकते हैं। टाइप भी एक चीज होती है कि हाँ मतलब जी। देखे ना, ये मतलब ये पाकिस्तान बनने से कोई 60-70 साल 100 साल पहले की बात होगी मेरा जी। ख्याल। जी। तो ये है कि उस वक्त एग्रीमेंट्स का मतलब इतना क्या। तो ये है कि ये एक बात है, देखे ना कि मतलब ये पुराने लोग मतलब ये कहते हैं कि वो अपनी बात पूरी करने के लिए पूरी उम्र ही गुजार देते थे। हाँ जी, वो अपनी एक बात पे पे कायम खड़े, रहते थे। एक बात पे खड़े रहते। जी बिल्कुल। तो लिहाजा वो नस्ल दर नस्ल राय अजीजुल्लाह साहब भी जो है वो अपनी उसी मतलब ना वो लेगेसी को लेके आगे चल रहे हैं। तो इसमें बहुत वो दावेदार भी कोई आए मतलब हमारी फैमिली में से, पर ये है कि ये ये उनका ही है। तो ये 3 चीजें थी जो है वो गंगा सागर, और एक थी वो गुरु नानक की तलवार, अच्छा। और तीसरी चीज थी स्पैरो ऑफ गोल्ड, एक वो सोने की चिड़िया। अच्छा। जी, वो 3 ये जो है ये चीजें थी जी हमारे पास। और इसके ये जो है वो गंगा सागर के जी सालाना दर्शन होते हैं, जी। जो कि वो राय अजीजुल्लाह साहब ही वो करते हैं। ये वो उनकी ही जिम्मेदारी है। और उस वो दर्शन पे पूरी दुनिया से सिख मज़ाहिब के लोग उस पे आते हैं, जैसे हम लोग हज के लिए जाते हैं या वो जी। ठीक है जी। तो जो है सर, जो ये गंगा सागर के ऊपर चढ़ावा चढ़ता है पूरा जी। मुकम्मल, उसके वो 3 हिस्से होते हैं। अच्छा। वो एक जाता है पूरी दुनिया में सिख ये जो है अपना वो सिख मजहब के जो वो उनकी इबादत गाहें हैं, मतलब वो सिखों के ये गुरुद्वारे को, गुरुद्वारे। मतलब ऑल ओवर द वर्ल्ड। और दूसरा हिस्सा जाता है सिख चैरिटी ठीक है। जी, और वो तीसरा हिस्सा उसके वो कस्टोडियन का है। कस्टोडियन जो ऑनर है। जी जी, वो राय अजीजुल्लाह साहब। ठीक। तो ये है इसका, और इसकी इसकी वो लोकेशन और इसकी मतलब वो करंट लोकेशन जी। वो मतलब वो कभी भी वो डिस्क्लोज नहीं की जाती। ठीक है। जी।
क्योंकि इसमें आप देखें ना, इसमें वो गवर्नमेंट ऑफ इंडिया, गवर्नमेंट ऑफ पाकिस्तान, गवर्नमेंट ऑफ कनाडा, गवर्नमेंट ऑफ इंग्लैंड, इसमें काफ़ी हुकूमतें, काफ़ी रियासतें शामिल हैं। तो ये एक बड़ी हसास चीज़ है। ਜੀ ਸਰ ਮੇਰਾ ਨਾ ਸਟਾਰਟ ਦੇ ਵਿੱਚ ਇੱਕ ਸਵਾਲ ਸੀ ਕਿ ਇਹ ਚੀਜ਼ਾਂ ਇਹ ਕਿਵੇਂ ਮਿਲੀਆਂ ਸਾਡੇ ਯਾਨੀ ਕਿ ਰਾਏ ਸਾਹਿਬਾਨ ਜਾਂ ਰਾਏ ਖਾਨਦਾਨ ਕੋ ਕਿਵੇਂ ਇਹ ਚੀਜ਼ਾਂ ਆਈਆਂ ਨਾਜ਼ਰੀਨ ਨੂੰ ਇਹ ਵੀ ਦੱਸਣਾ ਜ਼ਰੂਰੀ ਹੈ सर उनके हुस्न सलूक की वजह से, ਉਸਨੇ ਸਲੂਕ मतलब वो गुरु साहब ने उनके पास पनाह ली, उनके पास रुके। मतलब गुरु साहब देखे ना कि वो उनकी मंशा के मुताबिक, मतलब जो भी उन्होंने उनको ओब्लाइज किया वो राय साहब ने उस वक्त, जी तो वो गुरु साहब मेरे ख्याल वो ऐसी वो मतलब वो कोई सूरत हाल होगी जिसमें वो ये चीजें अपने साथ वो मतलब ना वो रख भी नहीं सकते होंगे। उनको खतरा था उनकी जान का, या वो कोई ऐसी बात थी। ये है कि उन्होंने बेहतर यही समझा कि मैं एक इस घर में आया हूँ और ये एक मतलब ये पायदार लोग हैं, तो जाहिर है कि मतलब एक वो मजहब के वो 10वें गुरु हैं, आखिरी गुरु हैं, तो वो उन्होंने वो कुछ देख के दिया। मतलब आप ये कह लें कि एक वो मतलब ये मतलब इसको आप वो हुस्न सलूकी वो कह सकते हैं कि राय साहब का मतलब उनके साथ ईमानदारी भी कह सकते हैं ईमानदारी भी कह, ईमानदार बिल्कुल बिल्कुल ਇਹ बिल्कुल ਚੀਜ਼ਾਂ ਜਿਹੜੇ ਬੜੇ ਲੋਕ ਸਨ ਜੀ ਨਾਜ਼ਰੀਨ ਇੱਕ ਦੂਸਰੇ ਦੇ ਨਾਲ ਭਾਈਚਾਰਾ ਸਿੱਖਾਂ ਦਾ ਬਹੁਤ ਜ਼ਿਆਦਾ ਸੀ, ਬਲੀਵ ਵੀ ਕਰਦੇ ਸਨ। ਇੱਥੋਂ ਜਦੋਂ ਗਏ ਬੜੇ ਬੜੇ ਅਸੀਂ ਤੁਹਾਨੂੰ ਵਿਰਸੇ ਦਿਖਾਏ, ਬੜੇ ਬੜੇ 120 ਸਾਲ 25 ਸਾਲ ਲੋਕਾਂ ਦੀਆਂ ਤੁਹਾਨੂੰ ਗੱਲਾਂ ਅਸੀਂ ਸੁਣਾਈਆਂ। ਸਾਡੀਆਂ ਆਪਣੀਆਂ ਇੰਨੀਆਂ ਏਜਾਂ ਨਹੀਂ ਹੈਗੀਆਂ, ਲੇਕਿਨ ਲੋਕਾਂ ਦੇ ਜ਼ਬਾਨੀ ਅਸੀਂ ਤੁਹਾਨੂੰ ਇਹ ਗੱਲਾਂ ਸੁਣਾਈਆਂ ਕਿ ਉਹਨਾਂ ਦੇ ਭਾਈਚਾਰੇ ਇਦਾਂ ਦੇ ਸਨ ਕਿ ਆਪਣੀਆਂ ਜਿਹੜੀਆਂ ਅਮਾਨਤਾਂ ਨੇ। ਨਨਕਾਣਾ ਸਾਹਿਬ ਮੇਰਾ ਜਿਹੜਾ ਆਬਾਈ ਗਾঁਓ ਆ, ਉੱਥੇ ਬਾਰਬਟਰ ਸਾਡਾ ਸ਼ਹਿਰ ਹੈ, 5 ਕਲਾਸਾਂ ਮੈਂ ਉੱਥੇ ਕੀਤੀਆਂ। ਮੇਰੇ ਉੱਥੇ ਲੋਕਾਂ ਦੇ ਨਾਲ ਵੀ ਇਹ ਡਿਸਕਸ ਹੁੰਦੀ ਰਹੀ। ਉਦੋਂ ਮੇਰੇ ਦਾਦਾ ਜੀ ਜਿਹੜੇ ਰਹੀਮ ਬਖਸ਼ ਸਾਹਿਬ ਸਨ, ਕਬੱਡੀ ਖੇਡਦੇ ਸਨ ਇੱਥੇ, ਜਾਣੀ ਕਿ ਨਨਕਾਣਾ ਸਾਹਿਬ ਵੀ। ਮੇਰੇ ਤਾਇਆ ਜੀ ਨੇ ਜਿਹੜੇ ਹਾਫਜ਼ੇ ਕੁਰਾਨ ਜਿਹੜੇ ਦਫਨ ਨੇ ਸਟੇਸ਼ਨ ਤੋਂ ਪਾਰ, ਅਸੀਂ ਇੱਥੋਂ ਦੇ ਹੀ ਬਸ਼ਿੰਦੇ ਰਹਿਣ ਵਾਲੇ ਆ। ਜਦੋਂ ਮੈਂ ਪੜ੍ਹ ਲਿਖ ਕੇ ਉੱਥੇ ਆਪਣੇ ਇਲਾਕੇ ਦੇ ਵਿੱਚ ਗਿਆ, ਉਹਨਾਂ ਨੇ ਇਹ ਗੱਲਾਂ ਜ਼ਰੂਰ ਕੀਤੀਆਂ। ਉਹਨਾਂ ਨੇ ਕਿਹਾ ਯਾਨੀ ਕਿ ਮੈਂ ਆਪਣੀ 5 ਕਲਾਸਾਂ ਜਦੋਂ ਉੱਥੇ ਕੀਤੀਆਂ, ਮੈਨੂੰ ਨਹੀਂ ਸੀ ਪਤਾ, ਮੈਂ ਛੋਟਾ ਜਿਹਾ ਸੀ। ਮੇਰੇ ਵਾਲ ਸਾਹਿਬ ਪਿੰਡੀ ਹੁੰਦੇ ਸਨ, ਮੇਰੇ ਦਾਦਾ ਜੀ ਨੇ 4 ਪਾਈਆਂ ਸੜਕ ਦੇ ਉੱਤੇ ਲਵਾ ਦੇਣੀਆਂ, ਤੇ ਜਦੋਂ ਮੈਂ ਆਉਣਾ ਮੈਨੂੰ ਟੈਡੀ ਦਿੰਦੇ ਸਨ। ਮੈਨੂੰ ਲਾਲਚ ਹੁੰਦਾ ਸੀ ਆਪਣੇ ਟਕੇ ਚਵਾਨੀ ਦਾ, ਤੇ ਮੈਂ ਜਦੋਂ ਆਣਾ ਤੇ ਦੇਖਣਾ ਉਹਨਾਂ ਨੇ ਦੁੱਧ ਲੈ ਕੇ ਦੇਣਾ, ਉਹਨਾਂ ਨੇ ਘਰ ਜਾ ਕੇ ਕਹਿ ਦੇਣਾ ਆਪਣੀ ਮਾਂ ਨੂੰ ਕਹਿ ਚਾਹ ਬਣਾ। ਜਦੋਂ ਮੈਂ ਵੇਖਣਾ ਉਹਨਾਂ ਕੋਲ ਪਗੜੀਆਂ ਦੇ ਨਾਲ ਸਿੱਖ ਆ ਕੇ ਬੈਠੇ ਹੁੰਦੇ ਸੀ, ਮੰਜੀਆਂ ਐਦਾਂ ਰੋਡ ਦੇ ਉੱਤੇ, ਬੈਠਕਾਂ ਉਦੋਂ ਕੋਈ ਨਹੀਂ ਸੀ ਹੈਗੀਆਂ, ਨਵੇਂ ਯਾਨੀ ਕਿ ਬਟਵਾਰਾ ਹੋਇਆ ਸੀ, ਤੇ ਉਹਨਾਂ ਨੇ ਆ ਕੇ ਸਿੱਖਾਂ ਨੇ ਆ ਕੇ ਬਹਿ ਜਾਣਾ। ਤੇ ਮੇਰੇ ਦਾਦਾ ਜੀ ਕੋ ਮੈਂ ਜਿਹੜਾ ਮੰਜ਼ਰ ਦੇਖਿਆ, ਉਹਨਾਂ ਕਿਹਾ ਭਾਜੀ ਅੱਜ ਅਸੀਂ ਨਾਲੇ ਤੁਹਾਨੂੰ ਮਿਲਣ ਵੀ ਆਏ ਆ, ਅਸੀਂ ਵੀ ਉੱਥੇ ਘਰ ਮਾੜੇ ਚੰਗੇ ਲੱਭ ਗਏ ਆ, ਲੇਕਿਨ ਤੁਹਾਨੂੰ ਚੀਜ਼ਾਂ ਅਸੀਂ ਆਪਣੀਆਂ ਫੜਾ ਕੇ ਗਏ ਸੀ। ਮੇਰੇ ਦਾਦਾ ਜੀ ਨੇ ਉੱਥੇ ਇੱਕ ਡੱਬਾ ਰੱਖਿਆ ਹੋਇਆ ਸੀ, ਉਹਦੇ ਵਿੱਚੋਂ ਨਾਂ ਲੈ ਕੇ ਉਹਨੇ ਕਿਹਾ ਆਪ ਭਲਿਓ ਆਪਣੀਆਂ ਚੀਜ਼ਾਂ ਵੇਖ ਲਓ, ਕਿਉਂਕਿ ਅਸੀਂ ਜਿਹੜੇ ਮਕਾਮੀ ਇੰਡੀਆ ਦੇ ਵਿੱਚੋਂ ਨਹੀਂ ਆਏ, ਉੱਥੋਂ ਯਾਨੀ ਕਿ ਮਾਈਗ੍ਰੇਟ ਨਹੀਂ ਕਰਕੇ ਆਏ, ਅਸੀਂ ਇੱਥੇ ਨਨਕਾਣਾ ਸਾਹਿਬ ਦੀ ਯਾਨੀ ਕਿ ਬਾਰਬਟਨ ਦੇ ਵਿੱਚ ਅਸੀਂ ਮਕਾਮੀ ਰਹਿੰਦੇ ਸੀ। ਮੇਰੇ ਜਿਹੜੇ ਦਾਦਾ ਜੀ ਰਹੀਮ ਬਖਸ਼ ਨੇ ਲਾਲਾ ਸੁੰਦਰ ਦਾਸ ਯਾਨੀ ਕਿ ਉੱਥੋਂ ਦੇ ਬੜੇ ਸਿੱਖ ਹਿੰਦੂ ਹੋਏ ਨੇ, ਉਹਨਾਂ ਦੇ ਨਾਲ ਕਬੱਡੀ ਖੇਡਦੇ ਸਨ। ਉਹ ਗਏ, ਉਹ ਮਿਲਣ ਵੀ ਆਉਂਦੇ ਸਨ ਉਹਨਾਂ ਨੂੰ। ਯਾਨੀ ਕਿ ਮੈਂ ਅੱਜ ਦੀ ਗੱਲ ਇਹ ਤੁਹਾਨੂੰ ਦੱਸਾਂ ਕਿ ਮੈਂ ਜਿਹੜੀ ਆਪਣੀ ਹਯਾਤੀ ਦੇ ਵਿੱਚ ਗੱਲ ਜਿਹੜੀ ਦੇਖੀ ਏ, ਛੋਟੇ ਹੁੰਦਿਆਂ ਅੱਜ ਵੀ ਮੈਨੂੰ ਯਾਦ ਏ, ਉਹਨਾਂ ਨੂੰ ਇੱਕ ਇੱਕ ਕਰਕੇ 4 ਪਾਈਆਂ ਦੇ ਉੱਤੇ ਉਹਨਾਂ ਕਿਹਾ ਭਲਿਆ ਸਾਨੂੰ ਯਾਦ ਬੜੀ ਤੇਰੀ ਆਉਂਦੀ ਏ। ਯਾਨੀ ਕਿ ਸੁੱਚਲ ਲੋਕ ਸਨ, ਚੰਗੇ ਲੋਕ ਸਨ, ਉਹਨਾਂ ਦੇ ਵਿੱਚ ਵੀ ਪਾਏ ਜਾਂਦੇ ਸੀ ਤੇ ਮੁਸਲਮਾਨਾਂ ਦੇ ਵਿੱਚ ਵੀ ਪਾਏ ਜਾਂਦੇ ਸਨ। ਅੱਜ ਉਹ ਲੋਕ ਨਹੀਂ ਰਹਿ ਗਏ, ਅੱਜ ਉਹ ਗੱਲਾਂ ਨਹੀਂ ਰਹਿ ਗਈਆਂ। ਮੇਰੇ ਦਾਦਾ ਜੀ ਨੇ ਇੱਕ ਇੱਕ ਕਰਕੇ ਭਾਵੇਂ ਉਹਨਾਂ ਦਾ ਜਿਵੇਂ ਵੀ ਬਿਸਕੁਟ ਸਨ, ਛੋਟੇ ਛੋਟੇ ਜ਼ੇਵਰ ਸਨ, ਉਦਾਂ ਹੀ ਉਹਨਾਂ ਨੂੰ ਅਮਾਨਤਾਂ ਵਾਪਸ ਕਰ ਦਿੱਤੀਆਂ। ਉਦੋਂ ਉਹਨਾਂ ਨੇ ਆਖਿਆ ਕਿ ਭਲਿਆ ਤੈਨੂੰ ਅਸੀਂ ਨਾਲ ਲੈ ਚੱਲੇ। ਮੇਰੇ ਦਾਦਾ ਜੀ ਨੇ ਆਖਿਆ ਨਹੀਂ, ਅਸੀਂ ਇੱਥੋਂ ਦੇ ਮਕਾਮੀ ਆ, ਸਾਡੇ ਮਾੜੇ ਚੰਗੇ ਘਰ ਆ, ਸਾਡਾ ਹੀ ਇੱਥੇ ਅਕਸਰੀਅਤ ਮੁਸਲਮਾਨਾਂ ਦੀ ਜ਼ਿਆਦਾ, ਅਸੀਂ ਨਹੀਂ ਜਾਣਾ। ਅਸੀਂ ਫਿਰ ਇੱਥੋਂ ਜਿਹੜਾ ਨਸੀ ਗਏ, ਅਸੀਂ ਇੱਥੇ ਹੀ ਰਹਿ ਗਏ। ਨਨਕਾਣਾ ਬਾਰਬਟਨ ਮੇਰਾ ਗਾঁव ਹੈਗਾ। ਤੇ ਨਾਜ਼ਰੀਨ ਤੁਹਾਨੂੰ ਦੱਸਣ ਦਾ ਇਹ ਮਤਲਬ ਆ ਕਿ ਉਹ ਲੋਕਾਂ ਦੇ ਵਿੱਚ ਅਮਾਨਤਾਂ ਇੱਕ ਦੂਸਰੇ ਨੂੰ ਵਾਪਸ ਕਰਨ ਦੀ ਵੀ ਸਾਕਤ ਹੈਗੀ ਸੀ। ਅੱਜ ਜਿਹੜਾ ਹੈ ਰੋਡ ਦੇ ਉੱਤੇ 500,000 ਡਿੱਗ ਪੈਂਦਾ, ਲੋਕ ਕਸਮਾਂ ਖਾ ਜਾਂਦੇ ਨੇ, ਇੱਕ ਦੂਸਰੇ ਨੂੰ ਕਹਿੰਦੇ ਸਾਡੇ ਆ। ਅਮਾਨ ਦੀ ਰੱਤੀ ਖਤਮ ਹੋ ਗਈ ਹੈ। ਉਦੋਂ ਲੋਕ ਮਰ ਗਏ, ਉਹ ਸੜ ਗਏ, ਉਹ ਲੋਕ ਚਲੇ ਗਏ। ਉਹਨਾਂ ਲੋਕਾਂ ਦੇ ਵਿੱਚ ਅਮਾਨਤਾਂ, ਇੱਕ ਦੂਸਰੇ ਦੇ ਬਲੀਫ, ਇੱਕ ਦੂਸਰੇ ਦੇ ਟਰਸਟ, ਇੱਕ ਦੂਸਰੇ ਤੇ ਅਮਾਨਤਾਂ ਜਿਹੜੀਆਂ ਵਾਪਸ ਕਰਨ ਦੀਆਂ ਸਲਾਹਿਤਾਂ ਵੀ ਹੈਗੀਆਂ ਸੀ, ਉਹ ਗੁਰਦੇ ਸਨ। ਮੈਂ ਅੱਜ ਰਾਏ ਸਵਾਨ ਦੀ ਇਹੀ ਨਾਜ਼ਰੀਨ ਤੁਹਾਨੂੰ ਗੱਲ ਸੁਣਾਈਏ।
ਗੱਲ ਸੁਣਾਉਣ ਦਾ, ਉਹਨਾਂ ਦੇ ਪੋਤੇ ਦੀ ਗੱਲ ਇਹ ਸੁਣਾਉਣ ਦਾ ਮਤਲਬ ਆ ਰਾਏ ਸਮਾਨ ਕੋ ਇਹ ਚੀਜ਼ਾਂ ਆਖਰੀ ਜਿਹੜਾ ਗੁਰੂ ਹੋਇਆ ਉਹਨੇ ਕਿਉਂ ਦੇ ਦਿੱਤੀਆਂ, ਇਸ ਵਾਸਤੇ ਦਿੱਤੀਆਂ ਕਿ ਉਹਨਾਂ ਦਾ ਇਹਨਾਂ ਦੇ ਬੜੇ ਦੇ ਨਾਲ ਟਰਸਟ ਹੈਗਾ ਸੀ, ਨਾਲ ਰਹਿੰਦੇ ਸੀ, ਨਾਲ ਚਾਹਾਂ ਪੀਂਦੇ ਸੀ, ਨਾਲ ਬਹਿ ਕੇ ਦੁੱਖ ਤੇ ਸੁੱਖ ਦੀਆਂ ਗੱਲਾਂ ਕਰਦੇ ਸੀ, ਇੱਜ਼ਤਾਂ ਦੇ ਭਾਈਵਾਲ ਸਨ। ਅੱਜ ਇਹਨਾਂ ਦੇ ਵੀ ਵੱਡੇ ਦੁਨੀਆ ਤੋਂ ਟੁਰ ਗਏ, ਉਹ ਵੀ ਵੱਡੇ ਚੀਜ਼ਾਂ ਦੇਣ ਵਾਲੇ ਦੁਨੀਆ ਤੋਂ ਟੁਰ ਗਏ, ਲੇਕਿਨ ਗੱਲਾਂ ਜਿਹੜੀਆਂ ਨੇ ਯਾਦ ਅੱਜ ਵੀ ਨੇ। ਤਾਂ ਜਿਹੜੀਆਂ ਨੇ ਇੱਕ ਦੂਸਰੇ ਨੂੰ ਉਹਨਾਂ ਨੇ ਵਾਪਸ ਕੀਤੀਆਂ, ਬੜੇ ਜਿਗਰੇ ਕਰਕੇ, ਬੜੇ ਹੌਸਲੇ ਕਰਕੇ। ਨਾਜ਼ਰੀਨ, ਜਿਹੜੀ ਜਨਰੇਸ਼ਨ ਹੁਣ ਆ ਰਹੀ ਏ ਮੋਬਾਈਲਾਂ ਤੇ ਬੈਠੀ ਹੋਈ ਏ, ਇਹਨਾਂ ਨੂੰ ਕੀ ਪਤਾ ਪਾਕਿਸਤਾਨ ਸਾਡੇ ਇਹ ਵੱਡਿਆਂ ਨੇ ਕਿਵੇਂ ਕੁਰਬਾਨੀਆਂ ਦਿੱਤੀਆਂ, ਕਿਵੇਂ ਅੰਗਰੇਜ਼ ਨੂੰ ਇੱਥੋਂ ਜਿਹੜਾ ਆਪਣੇ ਪਾਕਿਸਤਾਨ ਤੋਂ ਕੱਢਿਆ। ਅੱਜ ਸਾਡੇ ਵੱਡੇ ਮਰ ਗਏ, ਉਹਨਾਂ ਦੀਆਂ ਯਾਦਾਂ। ਮੈਂ ਭਾਈ ਹੁਰਾਂ ਦੇ ਨਾਲ ਹੀ ਫੇਰ ਦੁਬਾਰਾ ਵਾਪਸ ਆਵਾਂਗਾ, ਮੈਂ ਇਹਨਾਂ ਕੋਲ ਪੁੱਛਾਂਗਾ ਤੇ ਵੱਡਿਆਂ ਦੀ ਜਿਹੜੀ ਏ ਕੋਈ ਸਾਨੂੰ ਜਿਹੜੀ ਏ ਅੱਜ ਨਾਜ਼ਰੀਨ ਨੂੰ ਗੱਲ ਸੁਣਾਓ ਕਿ ਜਿਹੜੀਆਂ ਮਾਨਤਾ ਦੇ ਬਾਰੇ किस तरह ये गल्लां हुंदियां सन। जी बिल्कुल, मैं आपकी बात को आगे ये बढ़ाता हूँ सर। वो ये कि जो है वो तकसीम के वक्त जो है वो 1947 में ये वाकया है हमारे वो किला का, जो है वो किला वो तलवन का। जैसे कि मैंने आपको पहले ही बताया कि जो है वो हमारे तो तभी वारंट थे ना, ये हमें मतलब वो जो है वो जिंदा या मुर्दा वो मतलब वो चाहिए थे हम जी, जो है अपना उसको वो अंग्रेज सरकार को जी जी सरकार के खिलाफ बगावत की हुई थी ना। जी जी बिल्कुल बिल्कुल, मतलब ये बड़े बहुत सरगर्म थे जी। हाँ, तो गोरे ये गल चंगी नहीं सी लगती। जी जी बिल्कुल, वो लौट के तो हम मतलब वो आंख मतलब तारीफ चलाई थी एक किस्म की, बिल्कुल दिमाग में ही रखते थे। अच्छा जी, जो है मेरे दादा जान की जो वालदा है, मतलब मेरी परदादी जान, बीजी हम उनको कहते हैं, तो वो बीजी ने काफी वक्त लिया। वो जब मतलब ये मैं आपको उस दिन की बात बता रहा हूँ जिस दिन हमने वो किला छोड़ना था, ठीक है। तो वो काफी वक्त लिया। वो आम तौर पे वो जब कोई वो किसी वो जगह का मकीन जब वो जगह वो छोड़ रहा होता है हमेशा के लिए, तो उसको वहाँ की यादें और वहाँ के सारे वाकयात और वहाँ से मतलब ना एक वो खास एफिलिएशन होती है, एफिलिएट होते हैं काफी। तो वो बीजी ने इस वजह से वो टाइम लगा दिया, और सादी साहब वो काफी इसरार वो करते रहे कि बीजी मतलब हमें वो देर हो रही है, हमें देर हो रही है। वो कहती नहीं, जब तक मेरे पास एक भी इमानत रह जाएगी मैंने नहीं जाना। वाह, कि वहां से वो फौजें ऊपर चढ़ी हुई थी और वहां से वो सिखों के वो जत्थे पे जत्थे आ रहे थे, ठीक है। और जो कि हमारे मतलब हमारे वो अपने जो ही डिफेंडर थे वो रोक भी रहे थे, और वो सब कुछ हो रहा था, एक मतलब ये भगदड़ की मची हुई थी जी। तो बीजी ने सर एक एक इमानत दे के हम वहां से निकले, ठीक है। कह लें कि मतलब इस वजह से वो कुछ भी हो सकता था, अपनी जान की परवाह भी नहीं की। उन्होंने आख्या कि अमानता ਜਿਹੜੀਆਂ ਨੇ ਇਹ ਸਾਰੀਆਂ ਲੋਕਾਂ ਨੂੰ ਦੇ ਕੇ ਜਾਣੀਆਂ ਨੇ, क्योंकि ਉਹਨਾਂ ਲੋਕਾਂ ਨੂੰ ਮਰਨਾ ਯਾਦ ਸੀ। ਉਹ ਕਹਿੰਦੇ ਸੀ ਕਿ ਅੱਗੇ ਜਾ ਕੇ एक एक पाई का सानू हिसाब ना देना पड़ेगा। सर बल्कि इमानतें तो हाँ, मतलब इमानतों की वजह से तो ये भी हुआ कि वो बीजी अपनी जो है वो तीनों बहुओं के सारे गहने जेवर हर चीज वहां भूल है गलती से। मतलब ये जो है वो गलत एक वो आ गया वो सराना, सिर्फ मतलब एक वो गलत वो गठरी आ गई जी साथ। अच्छा, ठीक है, अपना सब कुछ वो भी इमानतों में ही चला गया जी उधर। ओहो, यानी कि उसे कुर्बान कर देता उन्होंने जी, कि मतलब जो कि वो काफी वो किलो के हिसाब से था जी उस वक्त। तो ये आलम है सारे इमानतों का जी। नाज़रीन, इन्हां दा ये कहन सी कि जदों साडे वड्डे मतलब उथों आ रहे सी तो उन्होंने आख्या कि किसी दा ना कोई टका रह जावे ते ना किसी दा जेवर हो जाए। इहनूं कहंदे इंसानियत। जिहड़ी इंसानियत अज साडे दे विचों खत्म हुंदी दिखाई दे रही है, उहदी वजह यह आ ना असीं कते वड्डियां को बैठे, ना कोई वड्डियां को वड्डी गल सुनी। असीं जिहड़ा है सिर्फ और सिर्फ फोकस जिहड़ा है साडी जनरेशन दा सिर्फ यूट्यूब ते टिकटॉक ते, और ना नमाज ते ना कोई नमाज ते रोजे ते किसी वड्डे कोलों बैठ के असी ये चीज का ही पता कर लीए कि सानू जिहड़ा पाकिस्तान है सानू जिहड़ा है ये ट्रे दे विच रख के प्लेट दे विच रख के मिलिया। इहदी सानू अज कदर नहीं। कदर इन्हां दे खानदानां को पुछो जिन्हां ने कुर्बानियां दे दित्तियां, जिन्हां ने अपने भी जेवर कुर्बान कर दिते, लेकिन पिछा पाओ के नहीं देखा। क्या ये तो शुक्र है ना कि असी उन्हां दी अमानतां जिहड़ियां खैरियत नाल जिहड़ा है सानू रब होर दे देगा, क्योंकि सब तो ज्यादा ट्रस्ट जिहड़ा है अल्लाह ताला ते कीता जांदा। उन्हां दे ईमान मजबूत हैगे सन, उन्हां दे ईमान जिहड़े ने एडे तगड़े सन। उन्हां कहा जिहड़ा साडा भी तकसीम हो गया कोई गल नहीं, साडियां बहुआं दा भी जिहड़ा है जेवर जांदा ते जावे। असी अपनी जिंद जान लैके इस पाकिस्तान दे विच आ गए हैं।
ਪਾਕਿਸਤਾਨ ਨਾਜ਼ਰੀਨ ਇਸ ਤਰ੍ਹਾਂ ਬਣਿਆ। ਲਓ ਹੁਣ ਜੀ ਅਸੀਂ ਜਿਹੜਾ ਹੈ ਹੁਣ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਇਹਨਾਂ ਨੂੰ ਵੀ ਅੱਜ ਅਸੀਂ ਤਕਲੀਫ ਦਿੱਤੀ। ਮੇਰਾ ਕੈਮਰਾਮੈਨ ਇਸ ਹਵੇਲੀ ਦੇ ਵਿੱਚ ਅਸੀਂ ਇਹ ਪ੍ਰੋਗਰਾਮ ਰਿਕਾਰਡ ਕਰ ਰਹੇ ਹਾਂ ਤੇ ਤੁਹਾਨੂੰ ਜਿਹੜਾ ਹੈ ਇਸ ਹਵੇਲੀ ਦਾ ਜਿਹੜਾ ਹੈ ਇੱਕ ਵਾਰੀ ਉਸੇ ਤਰ੍ਹਾਂ ਹੀ ਤਲਵਾਰਾਂ ਟੰਗੀਆਂ ਹੋਈਆਂ ਤੁਹਾਨੂੰ ਉਹਨਾਂ ਦੀਆਂ ਚੀਜ਼ਾਂ ਤੁਹਾਨੂੰ ਅੱਜ ਇਹ ਦਿਖਾਵੇਗਾ ਕਿ ਮਜ਼ਾ ਤੁਹਾਨੂੰ ਆ ਜਾਏਗਾ। ਇਸੇ ਹੀ ਆ ਫੀਲਡ ਮਾਰਸ਼ਲ ਜਿਹੜੀ ਕਿ ਉਹਨਾਂ ਦੀਆਂ ਜਿਹੜੀਆਂ ਅਯੂਬ ਖਾਨ ਦੀ ਹਾਂਜੀ ਜਿਹੜਾ ਵਿਜ਼ਿਟ ਹੈਗਾ ਸੀ ਇਹਨਾਂ ਦੇ ਵੱਡਿਆਂ ਦੇ ਨਾਲ ਕੀਤਾ ਗਿਆ। ਇਹਨਾਂ ਨੇ ਰਾਏ ਖਾਨਦਾਨ ਨੇ ਬੇਹੱਦ ਕੁਰਬਾਨੀਆਂ ਦਿੱਤੀਆਂ ਔਰ ਅੱਜ ਵੀ ਇਹਨਾਂ ਦਾ ਕਮਾਲੀਏ ਨਾਂ ਲਿਆ ਜਾਵੇ ਤੇ ਮੇਰਾ ਖਿਆਲ ਹੈ ਕਿ ਤਾਰੀਖ ਹੀ ਪਿੱਛੇ ਰਹਿੰਦੀ ਹੈ। ਤੇ ਮੈਂ ਹੁਣ ਜਿਹੜਾ ਹੈ ਉਹ ਤੁਹਾਨੂੰ ਜਿਹੜਾ ਹੈ ਉਹ ਵਿਜ਼ਿਟ ਜਿਹੜਾ ਕਮਾਲੀਏ ਇਹਦੇ ਵੱਡਿਆਂ ਦੇ ਨਾਲ ਫੀਲਡ ਮਾਰਸ਼ਲ ਦੇ ਨਾਲ ਆ ਜਿਹੜੀਆਂ ਤਸਵੀਰਾਂ ਨੇ ਇਹ ਮੈਂ ਨਾਜ਼ਰੀਨ ਤੁਹਾਨੂੰ ਦਿਖਾਵਾਂਗਾ। ਮੇਰਾ ਕੈਮਰਾਮੈਨ ਦਿਖਾ ਰਿਹਾ ਜੀ ਤੇ ਇਹ ਭਾਈਆਂ ਦੱਸਣਗੇ ਕਿ ਇਹ ਜਿਹੜਾ ਇੱਕ ਯਾਨੀ ਕਿ ਇੱਕ ਕਮਾਲੀਏ ਦੇ ਵਿੱਚ ਵੀ ਹੋਇਆ ਸੀ जी बिल्कुल। ये हमारे वो रकबे पे है जी, वो लुंडू वाले। अच्छा जी। ये 263 में हमारा बाग हिलाल बाग है जी, ये सारी साहब। ਫੀਲਡ मोहम्मद अयूब सदर पाकिस्तान 29 जनवरी तो बागे ਇੱਥੇ ਜਿਹੜੀ ਕਿ हिलाल बाग में। अच्छा ਇੱਥੇ ਤੁਹਾਡੇ ਕੋਲ ਆਏ ਸੀ जी जी बिल्कुल। अच्छा जी ये सालाना ये नुमाइश होती थी जी अच्छा यहाँ पे। और जो है ये वो सारी साहब खड़े हैं, ये वो अयूब खान है और वो पीछे ही पगड़ी वाले हैं अपना वो काला बाग। हाँ जी नवाब ऑफ काला बाग। जी जी मलिक मोहम्मद अमीर खान। यानी कि ਇਹ ਜਿਹੜੇ ਨੇ हलाल बाग ਇੱਥੇ ਤੁਹਾਡੇ ਕੋਲ ਵਿਜ਼ਿਟ ਕੀਤਾ ਜਾਂਦਾ ਹੈ ਫਿਰ ਇੱਥੇ यहाँ सर वो लीची लुगाट आड़ू तक हमने उगा दिया आपके इस लैलपुर की धरती। अच्छा माशाल्लाह क्या बात। लो जी नाज़रीन हलाल बाग कमालिया ਇੱਥੇ ਜਿਹੜੇ ਨੇ ਇੱਥੇ अयूब फील्ड मार्शल वर्गे ਜਿਹੜੇ ਕਿਸੇ को जाना पसंद नहीं सी करते। यकीन करो आज ये गल्लां सुन के दिल ਨੂੰ ਇੰਨਾ मजा आया और सुकून आया कि ऐसे लोग ਜਿਹੜੇ ਇੱਥੇ ਕਮਾਲੀਏ ਇਹਨਾਂ ਦੇ ਮਤਲਬ ਯਾਨੀ ਕਿ ਬਜ਼ੁਰਗਾਂ ਦੇ ਕੋਲ ਯਾਨੀ ਕਿ ਇਹਨਾਂ ਦੇ ਬਾਗਾਂ ਦੇ ਵਿੱਚ ਵੀ ਉਹ ਆਉਂਦੇ ਸੀ ਜਿਹੜੀ ਅੱਜ ਤਾਈਂ ਤੁਹਾਨੂੰ ਕਿਸੇ ਨੇ ਵੀ ਜਿਹੜੀ ਇਹ ਗੱਲ ਨਹੀਂ ਦੱਸੀ। ਅੱਜ ਅਸੀਂ ਉਸ ਹਵੇਲੀ ਦਾ ਤੁਹਾਨੂੰ ਇਹ ਵਿਜ਼ਿਟ ਅੰਦਰੋਂ ਬਾਹਰੋਂ ਕਰਾਇਆ। ਉਮੀਦ ਹੈ ਕਿ ਤੁਹਾਨੂੰ ਇਹ ਚੰਗਾ ਵੀ ਲੱਗਾ ਹੋਵੇਗਾ ਔਰ ਤੁਹਾਨੂੰ ਇਹ ਤਾਰੀਖ ਸੁਣ ਕੇ ਇੱਕ ਵਾਰੀ ਪਤਾ ਲੱਗਾ ਹੋਵੇਗਾ ਕਿ ਇੱਥੇ ਮਾਈ ਦੇ ਲਾਲ ਬੜੇ ਬੜੇ ਇੱਥੇ ਆਏ ਜਿਹੜੇ ਰਾਏ ਸਾਹਿਬਾਨ ਵਰਗੇ ਇੱਥੇ ਜਿਹੜੇ ਸਨ ਮਹੀਦ ਹੈਗੇ ਸਨ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ। ਅੱਜ ਉਹ ਚਲੇ ਗਏ ਲੇਕਿਨ ਉਹਨਾਂ ਨੂੰ ਇਹ ਯਾਦ ਕਰਨਾ ਸਾਡੇ ਵਰਗੇ ਬਿਲਾਗਰ ਨਾ ਯਾਦ ਕਰਨ ਸਾਡੇ ਵਾਲੇ ਵੇਖ ਕੇ ਹੋਰ ਕੋਈ ਬਿਲਾਗਰ ਵੀ ਇਨਸ਼ਾਅੱਲਾ ਇਸ ਹਵੇਲੀ ਦੇ ਵਿੱਚ ਜ਼ਰੂਰ ਆਏਗਾ ਕਿ ਔਰ ਇੱਕ ਬੜੀਆਂ ਕੀਮਤੀ ਗੱਲਾਂ ਨੇ ਜਿਹੜੀਆਂ ਨੇ ਇੱਥੋਂ ਜਿਹੜਾ ਹੈ ਇਹ ਲੈ ਕੇ ਜਾਏਗਾ। ਉਹਨੂੰ ਪਤਾ ਲੱਗੇਗਾ ਫੀਲਡ ਮਾਰਸ਼ਲ ਤੋਂ ਲੈ ਕੇ ਇੱਥੇ ਨਵਾਬ ਆਫ ਕਾਲਾ ਬਾਗ ਤੱਕ ਜਿਹੜੇ ਨੇ ਇੱਥੇ ਲੈ ਕੇ ਆਏ ਕਮਾਲੀਆਂ ਨੂੰ। ਕਮਾਲੀਆ ਨਾਜ਼ਰੀਨ ਇਹ ਉਹ ਐਸਾ ਸ਼ਹਿਰ ਹੈਗਾ ਮੈਂ ਤੁਹਾਨੂੰ ਦੱਸਿਆ ਇਹ ਪੂਰੀ ਦੁਨੀਆ ਤੇ ਇਹ ਖੱਦਰ ਦੇ ਨਾਂ ਤੋਂ ਵੀ ਮਸ਼ਹੂਰ ਹੈ ਔਰ ਪੁਰਾਣੀ ਸਕਾਫਤ ਤੋਂ ਵੀ ਬੜੇ ਬੜੇ ਸ਼ਹਿਰ ਜਿਵੇਂ ਨਨਕਾਣਾ ਸਾਹਿਬ ਆ ਇਹ ਕਮਾਲੀਆ ਵੀ ਕਦੀਮ ਸ਼ਹਿਰ ਆ ਜਿਨੇ ਇੱਥੇ ਬੜੇ ਬੜੇ ਰਾਏ ਸਾਹਿਬਾਨ ਦੀ ਯਾਨੀ ਕਿ ਸ਼ਕਲ ਦੇ ਵਿੱਚ ਇੱਥੇ ਬੜੇ ਬੜੇ ਸਪੂਤ ਪੈਦਾ ਕੀਤੇ ਜਿਨ੍ਹਾਂ ਨੇ ਇੱਥੇ ਜਿਹੜਾ ਹੈ ਇਹ ਇਹਨਾਂ ਨੇ ਇਹ ਦੇਖੋ ਪੁਰਾਣਾ ਯਾਨੀ ਕਿ ਵਿਰਸਾ ਦੇਖੋ ਇਹ ਪੁਰਾਣੀਆਂ ਚੀਜ਼ਾਂ ਨਾਜ਼ਰੀਨ ਇਹ ਦੇਖੋ ਉਹਨਾਂ ਦੇ ਵਕਤਾਂ ਦੀਆਂ ਹਰ ਚੀਜ਼ ਇਹਨਾਂ ਨੇ ਸੰਭਾਲ ਕੇ ਰੱਖੀਆਂ ਹੋਈਆਂ ਆਪਣੇ ਵੱਡਿਆਂ ਦੀਆਂ ਹਰ ਨਿਸ਼ਾਨੀ ਇਸੇ ਤਰ੍ਹਾਂ ਹੀ ਆ ਦੇਖੋ ਉਦੋਂ ਲਾਈਟਨ ਦਾ ਦੌਰ ਸੀ ਨਾ ਕੋਈ ਏਸੀ ਹੁੰਦਾ ਸੀ ਨਾ ਕੋਈ ਬਿਜਲੀ ਹੁੰਦੀ ਸੀ ਇਹ ਲਾਈਟਾਂ ਹੁੰਦੀਆਂ ਸਨ। ਇਹ ਦੇਖੋ ਹਰ ਚੀਜ਼ ਇਹਨਾਂ ਨੇ ਆਪਣੇ ਵੱਡਿਆਂ ਦਾ ਉਦੋਂ ਤੇ ਟਾਈਮ ਪੀਸ ਇਹਨਾਂ ਨੇ ਆਪਣਾ ਵਿਰਸਾ ਸੰਭਾਲ ਕੇ ਰੱਖਿਆ। ਇਨਸਾਨ ਉਹੀ ਕਾਮਯਾਬ ਹੁੰਦੇ ਨੇ ਜਿਹੜੇ ਆਪਣੇ ਵੱਡਿਆਂ ਦੀਆਂ ਵਿਰਸਾ ਔਰ ਨਿਸ਼ਾਨੀਆਂ ਸੰਭਾਲ ਕੇ ਰੱਖਦੇ ਨੇ। ਇਹ ਬਹੁਤ ਬੜਾ ਖਾਨਦਾਨ ਆ ਜਿੰਦਾ ਮੈਂ ਤੁਹਾਨੂੰ ਅੱਜ ਨਾਜ਼ਰੀਨ ਇੱਕ ਕਮਾਲੀਏ ਦੇ ਵਿੱਚ ਇਹ ਦੇਖੋ ਉਹਨਾਂ ਨੇ ਆਪਣੀ ਇੱਕ ਚੀਜ਼ ਵੀ ਇਸ ਦੌਰ ਦੇ ਵਿੱਚ ਇਹ ਪੈਸੇ ਕੋਈ ਅਹਿਮੀਅਤ ਨਹੀਂ ਰੱਖਦੇ ਇਹਨਾਂ ਨੇ ਨਹੀਂ ਵੇਚੀ ਆਪਣੇ ਵੱਡਿਆਂ ਦਾ ਵਿਰਸਾ ਉਸੇ ਤਰ੍ਹਾਂ ਹੀ संभाल के रखा होया। जे अगर उन्होंने बुजुर्गों दी तुहानू मैं ये है जी वो राय सादुल्ला। अच्छा जी जी वो जो है अपना ये आपके क्या लगते थे जी ये जलंधर से ही पार्लियामेंटेरियन मेरे ही परदादा जी माशाल्लाह जी क्या बात है। वो इनकी वजह से हम ये सादी कहलाते हैं। अच्छा साद से सादी यानी कि एस बंगले का नाम ही सादी मंजिल है। और ये है जी राय अमीर हबीबुल्लाह सादी मेरे वो दादा जान। अच्छा ए दादाजी ने जी जी और ये नीचे मेरे वालिद साहब राय सईदुल्लाह सादी। अच्छा जिंदे दे ना तो ए जी हवेली आ स्टार ते जरा हवेली मेरे परदादा के नाम पे सादुल्ला सही यानी कि ਉੱਥੇ ਤੁਹਾਨੂੰ ਲੱਗਾ ਆ ਰਿਹਾ ਸਾਦੁल्ला ठीक हो गया। नाजरीन देखिया तुसी सुनिया ऐसे ऐसे लोग गुजरे जिन्हां ने इस मुल्क की खातर ऐसिया ऐसिया कुर्बानियां दित्तियां यानी कि पिछों भी कुर्बानियां देंदे आए और इत्थे भी कुर्बानियां दित्तियां
ਔਰ ਲਾਜ਼ਵਾਲ ਕੁਰਬਾਨੀਆਂ ਦੇ ਨਾਲ ਇਸ ਮੁਲਕ ਦੇ ਵਿੱਚ ਇਹਨਾਂ ਨੇ ਆਪਣੇ ਨਾਮ ਰੋਸ਼ਨ ਕੀਤੇ। ਅਫਸੋਸ ਦਰ ਅਫਸੋਸ ਇਹ ਆ ਇੰਤਜ਼ਾਮੀਆਂ ਨੂੰ ਕੋਈ ਤਿਉਹਾਰ ਆਵੇ ਸਾਰਿਆਂ ਤੋਂ ਪਹਿਲੇ ਇਹਨਾਂ ਲੋਕਾਂ ਨੂੰ ਮੇਰਾ ਖਿਆਲ ਹੈ ਐਪਰੀਸ਼ੀਏਟ ਕਰਨਾ ਚਾਹੀਦਾ, ਔਰ ਇਹਨਾਂ ਨੂੰ ਦਿਨ ਤਿਉਹਾਰ ਆਵੇ ਇਹਨਾਂ ਲੋਕਾਂ ਨੂੰ ਸਭ ਤੋਂ ਜ਼ਿਆਦਾ ਆਨਰ ਦੇਣਾ ਚਾਹੀਦਾ। ਲਓ ਜੀ, ਤੁਹਾਨੂੰ ਜਿਹੜੀਆਂ ਨੇ ਸਾਡੀਆਂ ਅੱਜ ਕੀਮਤੀ ਗੱਲਾਂ ਦਾ ਬੜਾ ਹੀ ਮਜ਼ਾ ਆਏਗਾ। ਲਓ ਜੀ ਸਾਦੀ ਸਾਹਿਬ, ਤੁਸੀਂ ਉਹਨਾਂ ਦੇ ਪੋਤੇ ਹੋ, ਅੱਜ ਮੈਂ ਤੁਹਾਡੇ ਨਾਲ ਗੱਲਾਂ ਕਰਕੇ ਮੈਨੂੰ ਵੀ ਬੜਾ ਮਜ਼ਾ ਆਇਆ। ਕੋਈ ਇੱਕ ਜਿਹੜੀ ਹੈ ਨਾਜ਼ਰੀਨ ਨੂੰ ਤੁਹਾਡੇ ਕੋਲ 1 ਮਿੰਟ ਕੋਈ ਗੱਲ ਜਿਹੜੀ ਹੈ ਕੀਮਤੀ ਦੱਸ ਦਿਓ। कीमती सर, यहाँ पे ये कहा जाता है जी, एक बात हमारे पाकिस्तान में ही मशहूर है जी, बड़े सगीर में, कि जी सियासत शरीफ बंदे का काम नहीं है। वो सर असल में सियासत शरीफ बंदे का ही काम है जी। ठीक है ना जी, बिल्कुल। वो ये है कि सिस्टम खराब होता है, सिस्टम में फकदान है जी जी बिल्कुल। सिस्टम में यहाँ पे एक मतलब ना वो सियासतदान को ना कि मतलब वो अगर कोई वो किसी को समझा रहा है, नसीहत दे रहा है, वो देता है कि जी मतलब ना यार नहीं सियासत में ना आओ, कि ना ये तो मतलब ना वो शरीफ बंदे का काम नहीं है। सियासत में आने वाले हर बंदे को उस मतलब लेवल पे होना चाहिए। और देखें ये जाती मुखालफत ये वो कुछ भी नहीं होनी चाहिए जी। ये इलेक्शन है जी, दिस इज द पार्ट ऑफ गेम, जी। मतलब हार जीत जी, ठीक है। जिसको यानी कि आदमी चाहे, जी बिल्कुल जिसको लोग यानी कि पॉपुलरिटी जैसा लीडर की हो वो आए। बिल्कुल। देखिए ना कि अगर हम दोनों आपस में इलेक्शन वो लड़ रहे हैं, जी, वो आप जीतें या मैं जीतूं, मेरे दिमाग में और मेरे जहन में ये होना चाहिए कि यार मतलब अगर मैं हार भी जाऊं तो ये मुझे आपके साथ फिर भी वो चलना चाहिए। देखें कि मकसद है अवाम को सर्व करना, सही, ठीक है। वो कोई भी जीते अवाम को सर्व होना चाहिए, ठीक है। यहाँ पे हमारे कुछ वो सिस्टम और है जी, तो बाकी कोई इतनी कोई बड़ी नसीहत तो मैं ये नहीं वो कर सकता जी, क्योंकि मैं तो छोटा हूँ, शागिर्द हूँ जी अभी। जी नाज़रीन, ਇਹਨਾਂ ਦੀ ਬਹੁਤ ਹੀ ਇੰਪੋਰਟੈਂਟ ਬਾਤ ਸੀ, ਇਹਨਾਂ ਦੀ ਬੜੀ ਕੀਮਤੀ ਗੱਲ ਆ। ਹੁਣ ਜਿਹੜੀ ਸਿਆਸਤ ਆ ਉਹ ਸਿਰਫ ਔਰ ਸਿਰਫ ਲਾਲਚ, ਔਰ ਜਿਹੜੇ ਲੋਕ ਜਿਹੜੇ ਨੇ ਪਹਿਲੇ ਜਿਹੜਾ ਆਬਾਦਤ ਸਮਝ ਕੇ ਲੋਕਾਂ ਨੂੰ ਯਾਨੀ ਕਿ ਸਿਆਸਤ ਕਰਦੇ ਸੀ, ਇਹਨਾਂ ਦੇ ਜਿਹੜੇ ਵੱਡੇ ਨੇ ਸਾਰੀ ਜ਼ਿੰਦਗੀ ਇੰਡੀਆ ਤੋਂ ਚੱਲੇ, ਫਰੰਗੀ ਰਾਜ ਅੰਗਰੇਜ਼ਾਂ ਦੇ ਨਾਲ ਵੀ ਮੱਥਾ ਲਾਇਆ ਔਰ ਇੱਕ ਰਾਹ ਦੇ ਉੱਤੇ ਚੱਲੇ ਸੀ। ਤੇ ਅੱਜ ਵੀ ਲੋਕ ਇਹਨਾਂ ਦੇ ਵੱਡਿਆਂ ਨੂੰ ਯਾਦ ਕਰ ਰਹੇ ਨੇ। ਉਹ ਲੋਕ ਤੇ ਚਲੇ ਗਏ ਲੇਕਿਨ ਉਹਨਾਂ ਦੇ ਐਲਬਮ ਔਰ ਤਾਰੀਖ ਦੇ ਵਿੱਚ ਆਪਣਾ ਨਾਮ ਰਕੂਮ ਕਰ ਗਏ। ਇਹਨਾਂ ਦਾ ਇਹ ਕਹਿਣਾ ਸਾਨੂੰ ਜਿਹੜਾ ਹੈ ਇਹ ਸ਼ਿਕਵਾ ਹੈ ਕਿ ਜਿਹੜੀ ਸਿਆਸਤ ਹੈ ਹੁਣ ਜਿਹੜਾ ਹੈ ਲੜਾਈ, ਦੰਗੇ, ਫਸਾਦ ਔਰ ਮਫਾਦਾਤ ਦੀ ਜੰਗ ਹੈ। ਇਹ ਸਿਆਸਤ ਹੁਣ ਜਿਹੜਾ ਹੈ ਪੇਸ਼ਾਵਰਾਨਾ ਨਹੀਂ ਹੈਗੀ ਕਿ ਯਾਨੀ ਕਿ ਆਵਾਮ ਦੀ ਖਿਦਮਤ ਕਰਨੀ ਚਾਹੀਦੀ ਹੈ। ਅਗਰ ਦੋ ਜਣੇ ਖੜੇ ਹੁੰਦੇ ਨੇ, ਇੱਕ ਪਹਿਲਵਾਨ ਨੇ ਹਰਨਾ ਹੀ ਹੁੰਦਾ, यानी कि दूसरा पहलवान उनके को मुतासर होके उन्होंने जाके कहे कि वाकई यार तेरे विच ताकत हैगी सी, तेनू यानी कि अल्लाह पाक ने बहादुरी दी है, मैं तेनू वेलकम कहना। लेकिन बर्दाश्त दा यानी कि मादा उदों मौजूद सी, हुण बर्दाश्त दा मादा नहीं हैगा। लो नाज़रीन, इन्हां कीमती गल्लां दे नाल ही ते तुहानू अज असीं लोटे दी भी गल सुणाती है ते तुहानू ये विलाग कैसा लगे तुसीं सानू एक कमेंट्सां दे विच दसना। कबालिया जिंदाबाद और पाकिस्तान जिंदाबाद।